चलो चलिए सचखंड चरण गंगा, जिथे आदि धर्म दी बात होवे। चलो चलिए सचखंड चरण गंगा, जिथे आदि धर्म दी बात होवे। ए सच्चा सुच्चा दर दाता, ना जात होवे ना पात होवे। चलो चलिए सचखंड चरण गंगा, जिथे आदि धर्म दी बात होवे। चलो चलिए सचखंड चरण गंगा, जिथे आदि धर्म दी बात होवे। ਇਹ ਪਵਿੱਤਰ ਸਥਾਨ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਮਨਮੋਹਕ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸੁਸ਼ੋਭਿਤ ਹੈ। ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਲੋਕਾਈ ਦਾ ਉਦਾਰ ਕਰਨ ਲਈ 4 ਸਾਲ 2 ਮਹੀਨੇ 11 ਦਿਨ ਰਹੇ। ਸ੍ਰੀ ਗੁਰੂ ਰਵਿਦਾਸ ਜੀ ਦੁਨੀਆ ਦੇ ਉਦਾਰ ਲਈ ਸੱਚਖੰਡ ਖੁਰਾਲਗੜ੍ਹ ਸਾਹਿਬ ਵਿਖੇ ਰਹਿ ਰਹੇ ਸਨ ਤੇ ਹਮੇਸ਼ਾ ਪ੍ਰਭੂ ਦੀ ਬੰਦਗੀ 'ਚ ਲੀਨ ਰਹਿੰਦੇ ਸਨ। ਇਹ ਇਲਾਕਾ ਗੁਰੂ ਜੀ ਦੀ ਕਿਰਪਾ ਨਾਲ ਖੁਸ਼ਹਾਲ ਹੋਣ ਲੱਗਾ। गुरु जी की अपार कृपा नाल बह रहे झरने ते सरोवर च संगत इशनान करके अपना जीवन सफला करती है। संगतां दी सहूलत लई लंगर निरंतर चलता है, जिथे देश विदेश तो श्रद्धालु अपना वध तो वध योगदान पाउंदे रहिंदे हन। देश विदेश तो इत्थे हर रोज संगत नतमस्तक होकर गुरु घर दीआं खुशियां प्राप्त करती है। इत्थे सरोवर ते इमारत का निर्माण शुरू है, जिस लई देश विदेश की संगत अपना योगदान ते सेवा कर रही है। सारा दिन इत्थे श्री गुरु रविदास जी की महिमा के गुणगान होंदे हन। गुरु घर की कमेटी के मुख काम हैं समाज में फैलियां बुराइयां दूर करना, खूनदान कैंप, अखां दे कैंप लगाने आदि हैं। इत्थे मैडिकल कॉलेज और तकनीकी कॉलेज खोलने का विचार है। इस दे नाल ही सब धर्मां का सत्कार करते हुए श्री गुरु रविदास महाराज के मिशन बेगमपुरा नूं घर घर पहुंचाना है। गुरु घर बारे ताज़ा जानकारी लिए महीनावार पेपर आ धर्म पत्रिका भी शुरू किया गया है। हरसो हीरा छड़ कर करहैं आन की आस, तिह नर दूज की जाहेंगी सत पाख रवदास। जब हम होते तब तू नहीं, जब हम होते तब तू नहीं, अब तू ही मैं नहीं। अनल अगम जैसी लहर में उदाद, जल की वल जल माही। माधवी क्या कहिए परम ऐसा, जैसा मानिए हुई ना तैसा राव। नरपति एक सिंहासन सोया, सुपने पया भिखारी। अछत राज बिचरत दुख पाया, सुगत पई हमारी। राज पयंग पर संग जैसी है, अब कछ मर्म जनाया। अनिक कटक जैसी फूल परी, अब कहते कहन न आया। सर्व एक अनेक स्वामी, सब घट भुगवै सोई। कह रविदास हाथ पै नीड़ै, सहजी हुई सो होई। सर्व एक अनेक स्वामी,
ਸਭ ਘਟ ਭੁਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੀੜੈ ਸਹਿਜੀ ਹੋਈ ਸੋ ਹੋਈ। ਪਰਮ ਸਨਮਾਨਯੋਗ ਸਹਿਬ ਸਤਿਗੁਰੂ ਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਛੂਹ ਪ੍ਰਾਪਤ ਧਰਤੀ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਸਥਾਨ ਚਰਨ ਛੂਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਸਤਿਗੁਰੂ ਦੀ ਚਰਨਾਂ ਵਿੱਚ ਬਿਰਾਜਮਾਨ ਸਾਹਿਬ ਦੀ ਸਾਜੀ ਤੇ ਨਿਵਾਡੀ ਆਦਰਣੀय ਸਤਿਕਾਰਯੋਗ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਅੱਜ ਸਾਹਿਬ ਸਤਿਗੁਰੂ ਦਾਸ ਮਹਾਰਾਜ ਜੀ ਦੀ ਪਾਵਨ ਮੁਖਾਰਬਿੰਦ ਤੋਂ ਉਚਾਰਨ ਬਾਣੀ ਸਾਹਿਬ ਦੇ ਪਾਵਨ ਸ਼ਬਦ ਰਾਗ ਸੋਰਠ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 657 ਤੇ ਸੁਭਾਈਮਾਨ ਹਨ। ਐਸਾ ਰਾਗ ਸੋਰਠ ਸੋਰਸ ਪੀਜੀਐ ਕਬਹੂ ਨਾ ਫੀਕਾ ਹੋਏ। RAM ਨਾਮ ਗੁਣ ਗਾਈਐ ਨਾਨਕ RAM ਨਾਮ ਗੁਣ ਗਾਈਐ। ਐਸਾ ਸੋਰਠ ਰਾਗ ਜਿਸ ਦੇ ਅੰਤਰਗਤ ਹਿਰਦੇ ਦੇ ਅੰਦਰ ਐਸਾ ਰਾਗ ਪ੍ਰਗਟ ਹੁੰਦਾ ਹੈ, ਪਰਮੇਸ਼ਰ ਦਾ ਪਰਮ ਰਸ ਪ੍ਰਾਪਤ ਹੁੰਦਾ ਹੈ, ਪ੍ਰਭੂ ਦੇ ਗੁਣ ਪ੍ਰਗਟ ਹੋ ਜਾਂਦੇ ਨੇ। ਐਸੇ ਰਾਗ ਦੇ ਅੰਦਰ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਹੈ ਜਿਸ ਦੇ ਅੰਦਰ ਸਾਨੂੰ ਸੰਸਾਰੀ ਜੀਵਾਂ ਨੂੰ ਜੋ ਹਉਮੈ ਵਿੱਚ, ਹੰਕਾਰ ਦੇ ਵਿੱਚ, ਮੈਂ ਮੇਰੀ ਦੇ ਵਿੱਚ ਫਸ ਕਰਕੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਰਹੇ ਨੇ ਤੇ ਮਨੁੱਖਤਾ ਦੇ ਉੱਤੇ ਅਤਿਆਚਾਰ ਕਰ ਰਹੇ ਨੇ। ਸਾਹਿਬ ਮਨੁੱਖਤਾ ਨੂੰ ਸੱਚ ਦੇ ਨਾਲ ਜੋੜਨ ਲਈ, ਅਗਿਆਨਤਾ ਦਾ ਹੰਧੇਰਾ ਦੂਰ ਕਰਨ ਲਈ ਆਪਣੇ ਤੇ ਝੁਕਾ ਕੇ ਸੰਸਾਰ ਦੇ ਹਾਲਾਤਾਂ ਨੂੰ ਪ੍ਰਗਟ ਕੀਤਾ ਹੈ। ਸਾਹਿਬ ਦੇ ਪਾਵਨ ਬਚਨ ਨੇ, ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਹੀ ਪਾਰ ਬ੍ਰਹਮ ਪਰਮੇਸ਼ਰ, ਜਦੋਂ ਮੈਂ ਹਉਮੈ ਵਿੱਚ ਸਾਂ, ਮੇਰੀ ਵਿੱਚ ਸਾਂ, ਵਿਕਾਰਾਂ ਵਿੱਚ ਗਰਸਿਆ ਹੋਇਆ ਸਾਂ, ਉਦੋਂ ਤੂੰ ਦੂਰ ਸੈਂ, ਉਦੋਂ ਤੂੰ ਓਹਲੇ ਹੋ ਜਾਂਦਾ ਹੈ ਤੇ ਮਨੁੱਖ ਨੂੰ ਵਿਕਾਰਾਂ ਵਿੱਚ, ਅੰਧਕਾਰ ਦੇ ਵਿੱਚ ਭਟਕਾ ਦਿੰਦਾ ਹੈ। ਜਬ ਹਮ ਹੋਤੇ, ਜਬ ਸਾਡੇ ਅੰਦਰ ਮੈਂ ਹੀ ਹਉਮੈ ਹੈ, ਤਬ ਤੂੰ ਨਾਹੀ, ਉਦੋਂ ਤੂੰ ਦੂਰ ਹੁੰਦਾ ਹੈ। ਅਬ ਤੂੰ ਹੀ ਮੈਂ ਨਾਹੀ। ਹੀ ਪਾਰ ਬ੍ਰਹਮ ਪਰਮੇਸ਼ਰ, ਹੁਣ ਮੇਰੀ ਮੈਂ ਮਰ ਗਈ, ਮੇਰੇ ਹਿਰਦੇ ਵਿੱਚੋਂ ਵਿਕਾਰ ਖਤਮ ਹੋ ਗਏ ਨੇ, ਮੇਰੀ ਹਉਮੈ ਮਰ ਗਈ ਏ ਤੇ ਹੁਣ ਕੇਵਲ ਤੂੰ ਹੀ। ਜਿੱਥੇ ਰੱਖੈ ਬੈਕੁੰਠ ਤੇ ਥਾਈ। ਸਾਹਿਬ ਦੇ ਬਚਨ ਨੇ, ਜਬ ਹਮ ਹੂਤੀ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਇਹ ਤੇ ਹਾਲਾਤ ਇਉਂ ਨੇ ਜਿਵੇਂ ਸਮੁੰਦਰ ਦੇ ਅੰਦਰ ਜਦੋਂ ਹਨੇਰੀ ਆਉਂਦੀ ਏ ਤੇ ਪਾਣੀ ਦੀਆਂ ਲਹਿਰਾਂ ਉੱਪਰ ਉੱਠਦੀਆਂ ਨੇ। ਅਨਲ ਅਗਮ ਜੈਸੀ ਲਹਿਰ ਮੈਂ, ਲਹਿਰ ਦੇ ਰੂਪ ਅੰਦਰ ਜਦੋਂ ਪਾਣੀ ਉੱਪਰ ਉੱਠਦਾ ਏ ਤੇ ਭਰਮ ਪੈਦਾ ਹੁੰਦਾ ਏ, ਭੁਲੇਖਾ ਪੈਂਦਾ ਏ ਕਿ ਪਾਣੀ ਅਤੇ ਲਹਿਰਾਂ ਵੱਖ-ਵੱਖ ਨੇ। ਪਰ ਜਦੋਂ ਹਨੇਰੀ ਰੁਕ ਜਾਂਦੀ ਏ ਫਿਰ ਪਾਣੀ ਅਤੇ ਲਹਿਰਾਂ ਇੱਕਮਿਕ ਹੋ ਜਾਂਦੀਆਂ ਨੇ ਤੇ ਭਰਮ ਦੂਰ ਹੋ ਜਾਂਦਾ ਏ, ਪਾਣੀ ਤੇ ਲਹਿਰਾਂ ਇੱਕੋ ਨੇ। ਇਸੇ ਤਰ੍ਹਾਂ ਮਨੁੱਖ ਦੇ ਜੀਵਨ ਦੇ ਅੰਦਰ ਜਦੋਂ ਅਗਿਆਨਤਾ ਵਿੱਚ ਮਨੁੱਖ ਫਸ ਜਾਂਦਾ ਏ, ਵਿਕਾਰਾਂ ਵਿੱਚ ਫਸ ਜਾਂਦਾ ਏ, ਸ਼ੰਕਿਆਂ ਵਿੱਚ, ਹਉਮੈ ਵਿੱਚ ਤੇ ਬੰਧਨਾਂ ਦੇ ਵਿੱਚ ਘਿਰ ਜਾਂਦਾ ਏ ਤੇ ਮਨੁੱਖ ਵਿਕਾਰਾਂ ਵਿੱਚ ਗਰਸਿਆ ਹੋਇਆ, ਨਸ਼ਿਆਂ ਦੇ ਵਿੱਚ, ਵਿਕਾਰਾਂ ਦੇ ਵਿੱਚ, ਆਪਣੀ ਹਉਮੈ ਦੇ ਵਿੱਚ ਅਨੇਕਾਂ ਅਤਿਆਚਾਰ ਕਰਦਾ ਏ। ਪਰ ਜਦੋਂ ਪਰਮੇਸ਼ਰ ਦੀ ਰਹਿਮਤ ਹੁੰਦੀ ਏ, ਕਿਰਪਾ ਹੁੰਦੀ ਏ ਤੇ ਮੈਂ ਮੇਰੀ ਮਿਟ ਜਾਂਦੀ ਏ। ਫਿਰ ਗਿਆਨ ਹੁੰਦਾ ਏ
ਸੱਚ ਬਿਨ ਸਭ ਕੂੜੋ ਕੂੜ। ਭਈ ਪ੍ਰਾਪਤ ਮਨੁੱਖ ਦੀ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਇਹ ਮਨੁੱਖਾ ਜੀਵਨ ਤੇ ਪਰਮੇਸ਼ਰ ਨੂੰ ਮਿਲਣ ਲਈ ਸੀ। ਅੰਧਕਾਰ ਵਿੱਚ, ਵਿਕਾਰਾਂ ਵਿੱਚ ਇਹ ਜੀਵਨ ਖੁਆਰ ਹੋ ਰਿਹਾ ਹੈ, ਬਤੀਤ ਹੁੰਦਾ ਜਾ ਰਿਹਾ ਹੈ, ਤੇ ਜੀਵ ਤੋਬਾ ਕਰਦਾ ਹੈ। ਕਦੋਂ? ਜਦੋਂ ਸਤਿਗੁਰ ਦੀ ਸੰਗਤ ਮਿਲਦੀ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਇਸ ਲਈ ਸਾਹਿਬ ਦੇ ਬਚਨ ਨੇ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਈ ਨ ਤੈਸਾ। ਹੀ ਪਾਰ ਬ੍ਰਹਮ ਪਰਮੇਸ਼ਰ, ਸੰਸਾਰ ਦੇ ਵਿੱਚ ਪ੍ਰਗਟ ਪਰਮੇਸ਼ਰ, ਅਸੀਂ ਸੱਚ ਨੂੰ ਸਮਝਣ ਤੋਂ ਬੇਖਬਰ ਹਾਂ, ਅਸਮਰੱਥ ਹਾਂ। ਜਿਸ ਨੂੰ ਅਸੀਂ ਸੱਚ ਸਮਝਦੇ ਹਾਂ ਉਹ ਅਸਲੀਅਤ ਕੁਝ ਹੋਰ ਹੁੰਦੀ ਹੈ। ਮਾਧਵੀ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਈ ਨ ਤੈਸਾ। ਪਰ ਜਦੋਂ ਅਸਲੀਅਤ ਦਾ ਪਤਾ ਚੱਲ ਜਾਂਦਾ ਏ ਫਿਰ ਗਿਆਨ ਹੋ ਜਾਂਦਾ ਏ, ਸੱਚ ਤੇ ਕੁਝ ਹੋਰ ਹੀ ਹੈ। ਤੇ ਸਾਹਿਬ ਗਿਆਨ ਬਖਸ਼ਣ ਲਈ ਚਰਨ ਛੂਹ ਪਾਵਨ ਪਵਿੱਤਰ ਧਰਤੀ ਦੇ ਉੱਤੇ ਮਨੁੱਖਤਾ ਨੂੰ ਸੰਦੇਸ਼ ਦਿੰਦੇ ਨੇ, ਉਪਦੇਸ਼ ਦਿੰਦੇ ਨੇ। ਤੇ ਸਾਹਿਬ ਦੇ ਬਚਨ ਨੇ, ਮਾਧਵੀ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਈ ਨ ਤੈਸਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛ ਤੇ ਰਾਜ ਵਿਚਰਤ ਦੁਖ ਪਾਇਆ, ਸੂਗਤ ਭਈ ਹਮਾਰੀ। ਬਾਦਸ਼ਾਹ ਦਾ ਪ੍ਰਮਾਣ ਦੇ ਕੇ ਸਾਨੂੰ ਸਤਿਗੁਰੂ ਗਿਆਨ ਬਖਸ਼ਦੇ ਨੇ ਕਿ ਇੱਕ ਬਾਦਸ਼ਾਹ ਸੋਹਣਾ ਸੁੰਦਰ ਰਾਜ ਏ, ਜੋ ਪ੍ਰਜਾ ਨੂੰ ਸੁਖ ਦੇ ਰਿਹਾ ਏ, ਬੜੀ ਪ੍ਰਭਤਾ ਏ। ਪਰ ਇੱਕ ਦਿਨ ਕੀ ਹੋਇਆ ਏ, ਸਿੰਘਾਸਣ ਤੇ ਸੁੱਤੇ ਹੋਏ ਬਾਦਸ਼ਾਹ ਨੂੰ ਨੀਂਦਰ ਆ ਜਾਂਦੀ। ਸੁਪਨੇ ਦੇ ਅੰਦਰ ਉਹ ਬਾਦਸ਼ਾਹ ਆਪਣੇ ਰਾਜ ਤੋਂ ਦੂਰ ਨਿਕਲ ਜਾਂਦਾ ਏ। ਕੀ ਦੇਖਦਾ ਏ? ਐਸਾ ਦੂਰ ਨਿਕਲਦਾ ਏ ਕਿ ਜ਼ਿੰਦਗੀ ਵਿੱਚ ਕੋਈ ਐਕਸੀਡੈਂਟ ਵਾਪਰ ਜਾਂਦਾ ਏ, ਸਰੀਰ ਚੋਟ ਆ ਜਾਂਦੀ ਏ, ਘਾਉ ਆ ਜਾਂਦਾ ਏ। ਸਰੀਰ ਦੀ ਮਲਮ ਪੱਟੀ ਲਈ ਬਾਦਸ਼ਾਹ ਸੁਪਨੇ ਦੇ ਅੰਦਰ ਵੈਦ ਕੋਲ ਜਾਂਦਾ ਏ। ਵੈਦ ਇਲਾਜ ਕਰਨ ਤੋਂ ਪਹਿਲਾਂ ਉਹਦੇ ਕੋਲੋਂ ਪੈਸੇ ਮੰਗਦਾ ਏ। ਤੇ ਉਹ ਬਾਦਸ਼ਾਹ ਸੁਪਨੇ ਦੇ ਅੰਦਰ ਪੈਸਾ ਕੋਲ ਨਹੀਂ ਹੈ, ਇੱਧਰ ਉੱਧਰ ਮੰਗਿਆ ਕੋਈ ਪੈਸਾ ਨਹੀਂ ਦੇ ਰਿਹਾ ਤੇ ਭਟਕ ਰਿਹਾ ਏ। ਭਟਕਦਿਆਂ ਭਟਕਦਿਆਂ ਜਿਹੜਾ ਪੈਰ ਏ ਠੇਡਾ ਲੱਗ ਜਾਂਦਾ ਏ ਤੇ ਨੀਂਦਰ ਖੁੱਲ੍ਹ ਜਾਂਦੀ ਏ। ਤੇ ਜਦੋਂ ਉੱਠਦਾ ਏ ਬਾਦਸ਼ਾਹ ਕੀ ਦਿਖਦਾ, ਮੈਂ ਤੇ ਸੋਹਣੇ ਸੁੰਦਰ ਸਿੰਘਾਸਣ ਤੇ ਸੁੱਤਾ ਪਿਆ ਸਾਂ, ਪਰ ਸੁਪਨੇ ਦੇ ਅੰਦਰ ਭਿਖਾਰੀ ਬਣਿਆ ਫਿਰਦਾ ਸਾਂ। ਰਾਜਾ ਤੇ ਰਾਜਾ ਹੀ ਹੈ, ਪਰ ਸੁਪਨੇ ਦੇ ਅੰਦਰ ਭਿਖਾਰੀ ਏ। ਸਾਹਿਬ ਸਤਿਗੁਰੂ ਦਾਸ ਮਹਾਰਾਜ ਸਾਨੂੰ ਗਿਆਨ ਬਖਸ਼ਦੇ ਹੋਏ ਸਮਝਾਉਂਦੇ ਨੇ ਕਿ ਮਨੁੱਖ ਦੀ ਵੀ ਇਹ ਹਾਲਤ ਏ। 84 ਲੱਖ ਜੋਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਧਰਤੀ ਮੈਂ ਤੇਰੀ ਸਕਦਾਰੇ, ਅਵਰ ਜੂਨ ਤੇਰੀ ਪਨਹਾਰੇ। ਇਹ ਸਾਰੀ ਸ੍ਰਿਸ਼ਟੀ ਦੇ ਅੰਦਰ 84 ਲੱਖ ਜੂਨਾਂ ਦੇ ਅੰਦਰ ਮਨੁੱਖ ਨੂੰ ਸਰਦਾਰ ਬਣਾਇਆ ਏ। ਮਾਨੁੱਖਾ ਅਵਤਾਰ ਦੁਰਲਭ, ਮਨੁੱਖਾ ਅਵਤਾਰ ਏ। ਮਨੁੱਖ ਤੈਨੂੰ ਅਵਤਾਰ ਦਾ ਅਹੁਦਾ ਬਖਸ਼ਿਆ ਏ, ਪਦਵੀ ਬਖਸ਼ੀ ਏ, ਕਿਉਂਕਿ ਸਰਬ ਗੁਣ ਸੰਪੰਨ ਮਨੁੱਖ ਪੈਦਾ ਹੁੰਦਾ ਹੈ। ਤੇ ਸਾਹਿਬ ਦੇ ਬਚਨ ਨੇ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਬਰ ਜੂਨ ਤੇਰੀ ਪਨਹਾਰੀ। ਬਾਕੀ ਸਾਰੀਆਂ ਜੂਨਾਂ ਤੇਰਾ ਪਾਣੀ ਭਰਦੀਆਂ ਨੇ, ਪਰ ਕਿਸੇ ਨੇ ਜਾਨਵਰ ਨੂੰ ਨਹੀਂ ਆਖਿਆ ਤੂੰ ਜਾਨਵਰ ਬਣ। ਬੰਦੇ ਨੂੰ ਕਹਿਣਾ ਪੈਂਦਾ ਏ ਕਿ ਤੂੰ ਬੰਦਾ ਬਣ। ਕਦੋਂ? ਜਦੋਂ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਪਚਾਰਾ, ਕਰਹਿ ਦਿਨ ਰਾਤ। ਜਦੋਂ ਕਹਿੰਦਾ ਕੁਝ ਹੋਰ ਏ ਤੇ ਕਰਦਾ ਕੁਝ ਹੋਰ ਏ। ਅੰਧਕਾਰ ਦੇ ਵਿੱਚ ਮਨੁੱਖਤਾ ਨੂੰ ਖੁਆਰ ਕਰ ਰਿਹਾ ਹੈ, ਆਪਣਾ ਜੀਵਨ ਵਿਅਰਥ ਗਵਾ ਰਿਹਾ ਹੈ। ਸਾਹਿਬ ਦੇ ਬਚਨ ਨੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛ ਤੇ ਰਾਜ ਵਿਚਰਤ ਦੁਖ ਪਾਇਆ, ਸੂਗਤ ਭਈ ਹਮਾਰੀ। ਜਿਸ ਤਰ੍ਹਾਂ ਰਾਜੇ ਨੂੰ ਰਾਜ ਹੁੰਦਿਆਂ ਹੋਇਆਂ ਵੀ ਸੁਪਨੇ ਅੰਦਰ ਭਿਖਾਰੀ ਬਣ ਕੇ ਦੁੱਖ ਭੋਗਣਾ ਪੈਂਦਾ, ਇਸੇ ਤਰ੍ਹਾਂ ਸਾਨੂੰ ਮਨੁੱਖਤਾ ਨੂੰ ਸਭ ਕੁਝ ਗਿਆਨ ਹੁੰਦਿਆਂ ਹੋਇਆਂ ਇਹ ਮਨੁੱਖ ਭਟਕ ਰਿਹਾ ਏ। ਨਸ਼ਿਆਂ ਵਿੱਚ ਅੱਜ ਦਾ ਨੌਜਵਾਨ ਜ਼ਿੰਦਗੀ ਤਬਾਹ ਕਰ ਰਿਹਾ ਏ।
ਅਤਿਆਚਾਰ ਕਰ ਰਿਹਾ ਏ ਤੇ ਆਪੇ ਤੋਂ ਹੀਣਾ ਐਸੀਆਂ ਕਰਤੂਤਾਂ ਕਰਦਾ ਏ ਜੋ ਦੱਸੀਆਂ ਬੋਲੀਆਂ ਨਹੀਂ ਜਾ ਸਕਦੀਆਂ। ਨਰਪਤੀਕ ਸਿੰਘਾਸਨ ਸੂਇਆ ਸੁਪਨੇ ਭਇਆ ਭਿਖਾਰੀ, ਅਜ ਤੇ ਰਾਜੇ ਵਿਚਰਤ ਦੁਖ ਪਾਇਆ, ਸੂਗਤ ਭਈ ਹਮਾਰੀ। ਪਰਮੇਸ਼ਰ ਨੂੰ ਭੁੱਲ ਕਰਕੇ, ਸੱਚ ਤੋਂ ਦੂਰ ਜਾ ਕਰਕੇ ਅਗਿਆਨਤਾ ਕਾਰਨ ਮਨੁੱਖ ਭਟਕ ਰਿਹਾ ਏ। ਸੂਗਤ ਭਈ ਹਮਾਰੀ, ਅੱਗੇ ਸਹਿ ਪ੍ਰਮਾਣ ਦਿੰਦੇ ਨੇ, ਰਾਡ ਪੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਹਨੇਰੇ ਦੇ ਵਿੱਚ ਪਈ ਰੱਸੀ ਰਾਜ ਭੁਯੰਗ, ਭੁਲੇਖਾ ਪੈਂਦਾ ਏ ਕਿ ਰੱਸੀ ਨਹੀਂ ਸੱਪ ਏ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਇੱਕ ਵਾਰਤਾ ਏ ਕਿ ਹਨੇਰੇ ਵਿੱਚ ਪਈ ਰੱਸੀ ਲੱਗਦਾ ਏ ਸੱਪ ਏ, ਪਰ ਜਦੋਂ ਪ੍ਰਕਾਸ਼ ਹੁੰਦਾ ਏ, ਰੋਸ਼ਨੀ ਦੇ ਵਿੱਚ ਦੇਖਿਆ ਜਾਂਦਾ ਏ ਤੇ ਰੱਸੀ ਏ। ਭਰਮ ਦੂਰ ਹੋ ਜਾਂਦਾ ਏ ਕਿ ਸੱਪ ਨਹੀਂ ਤੇ ਰੱਸੀ ਏ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਅਨਕ ਕਟਕ ਜੈਸੇ ਫੂਲ ਪਰੇ, ਅਬ ਕਹਿਤੀ ਕਹਿਣ ਨਾ ਆਇਆ। ਅਨਕ ਕਟਕ ਜੈਸੇ ਫੂਲ ਪਰੇ, ਜਿਵੇਂ ਸੋਨੇ ਨੂੰ ਸੁਨਿਆਰ ਕੁਠਾਲੀ ਦੇ ਵਿੱਚ ਢਾਲ ਕੇ ਕੜਾ ਬਣਾਉਂਦਾ ਏ, ਅਨੇਕਾਂ ਤਰ੍ਹਾਂ ਦੀ ਗਹਿਣੇ ਬਣਾ ਦਿੰਦਾ ਏ ਤੇ ਉਹਨਾਂ ਦਾ ਨਾਮ ਰੱਖ ਦਿੰਦਾ ਕੜਾ, ਮੁੰਦਰੀ, ਛੱਲਾ, ਹਾਰ। ਤੇ ਅਸੀਂ ਉਹਦਾ ਨਾਮ ਰੱਖ ਦਿੰਦੇ ਹਾਂ ਕੜਾ, ਮੁੰਦਰੀ ਤੇ ਛੱਲਾ। ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਆਇਆ। ਹੈ ਤੇ ਸੋਨਾ, ਪਰ ਜਦੋਂ ਕੁਠਾਲੀ ਵਿੱਚ ਢਲ ਜਾਂਦਾ ਏ ਤੇ ਉਹਨੂੰ ਸੋਨਾ ਹੀ ਆਖਿਆ ਜਾਂਦਾ। ਇਸੇ ਤਰ੍ਹਾਂ ਮਨੁੱਖ ਤੇ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਨੇ। ਭਰਮ ਕਾਰਨ ਮਨੁੱਖ ਭਰਮ ਵਿੱਚ, ਸ਼ੰਕਿਆਂ ਵਿੱਚ, ਵਿਕਾਰਾਂ ਵਿੱਚ ਫਰ ਕੇ ਇਹ ਮਨੁੱਖਾ ਜਨਮ ਹੈਵਾਨ ਬਣ ਜਾਂਦਾ ਹੈ। ਅਨਕ ਕਟਕ ਜੈਸੀ ਭੂਲ ਪਰੀ, ਅਬ ਕਹਿਤੇ ਕਹਿਣ ਆਇਆ। ਸਰਵੈ ਏਕ ਅਨੇਕ ਸੁਆਮੀ, ਸਭ ਕਟ ਭੁਗਵੈ ਸੂਈ। ਉਹ ਪਾਰ ਬ੍ਰਹਮ ਪਰਮੇਸ਼ਰ ਜੋ ਹਰ ਘਟ ਘਟ ਦੇ ਅੰਦਰ ਆਪ ਬੈਠਾ ਹੈ। ਜਿਨ ਜੀਉ ਦੀਆ ਸੂਰਜ ਕੇ ਅੰਬਰਾਵੈ, ਸਭ ਕਟ ਪੀਤਰ ਹਟ ਚਲਾਵੈ। ਹਰ ਹਿਰਦੇ ਅੰਦਰ ਬੈਠਾ ਇਸ ਤਨ ਰੂਪੀ ਹੱਟ ਨੂੰ ਚਲਾ ਰਿਹਾ ਹੈ। ਤੇ ਸਾਹਿਬ ਦੇ ਬਚਨ ਨੇ, ਸਰਵੈ ਏਕ ਅਨੇਕਾ ਸੁਆਮੀ, ਸਭ ਕਟ ਭੁਗਵੈ ਸੋਏ। ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋਈ। ਉਹ ਪਰਮੇਸ਼ਰ ਮਾਲਕ ਜੋ ਹਰ ਸਰੀਰ ਦੇ ਅੰਦਰ ਬੈਠਾ ਆਪ ਅਧਿਆਤਮਕ ਅਤੇ ਸੰਸਾਰਕ ਪਦਾਰਥਾਂ ਨੂੰ ਭੋਗ ਰਿਹਾ ਹੈ। ਉਹ ਤੇ ਕਣ ਕਣ ਵਿੱਚ ਅਨੇਕਾਂ ਰੂਪ ਧਾਰ ਕੇ ਬਿਰਾਜਮਾਨ ਨੇ। ਕਹਿ ਰਵਿਦਾਸ ਹਾਥ ਪੈ ਨੇੜੇ, ਕਹਿ ਦੇ ਕਿ ਉਹ ਤੇ ਪਰਮੇਸ਼ਰ ਹੱਥਾਂ ਤੋਂ ਵੀ ਨੇੜੇ ਹੈ। ਜਿਵੇਂ ਪਰਮੇਸ਼ਰ ਦੀ ਮਰਜ਼ੀ ਹੁੰਦੀ, ਸਹਿਜੇ ਸੀ ਹੁੰਦਾ ਰਹਿੰਦਾ ਹੈ। ਇਸ ਲਈ ਸਾਹਿਬ ਸਤਿਗੁਰੂ ਦਾਸ ਮਹਾਰਾਜ ਉਪਮਾ ਦੇ ਅੰਦਰ ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ, ਰਵਿਦਾਸ ਚਮਾਰਿ ਉਸ ਤਤ ਕਰੀ, ਹਰ ਕੀਰਤ ਨਿਮਖ ਇੱਕ ਗਾਈ। ਪਤ ਤਿਜਾਤੀ ਉਤਮ ਭਇਆ, ਚਰ ਵਰਣ ਪਹਿ ਪਗ ਆਈ। ਇਸ ਲਈ ਆਪਾਂ ਵੀ ਸਤਿਗੁਰ ਦੇ ਚਰਨਾਂ ਵਿੱਚ ਜੁੜ ਕਰਕੇ, ਸਤਿਗੁਰ ਦੇ ਬਖਸ਼ੇ ਗਿਆਨ ਨੂੰ ਪ੍ਰਗਟ ਹਿਰਦੇ ਅੰਦਰ ਵਸਾ ਕਰਕੇ, ਸਾਧ ਸੰਗਤ ਜੀ ਇਸ ਮਨੁੱਖਾ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਕਰੀਏ ਜੀ। ਚਰਨ ਛੂਹ ਪਾਵਨ ਪਵਿੱਤਰ ਧਰਤੀ, ਜਿੱਥੇ ਸਤਿਗੁਰ ਦੀ ਰਹਿਮਤ ਵਰਖਾ ਹੁੰਦੀ, ਤੇ ਆਪਾਂ ਵੀ ਨਤਮਸਤਕ ਹੋ ਕਰਕੇ ਉਸ ਪਾਵਨ ਪਵਿੱਤਰ ਧਰਤੀ ਤੋਂ ਗੁਰੂ ਕਾ ਆਸ਼ੀਰਵਾਦ ਪ੍ਰਾਪਤ ਕਰੀਏ ਜੀ। ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਆਲ ਇੰਡੀਆ ਆਤਮ ਧਰਮ ਮਿਸ਼ਨ ਭਾਰਤ ਨੇ ਉਸ ਮੁਹਿੰਮ ਨੂੰ ਹੋਰ ਅੱਗੇ ਵਧਾਉਂਦੇ ਹੋਏ ਸ੍ਰੀ ਗੁਰੂ ਰਵਿਦਾਸ ਜੀ ਦੇ ਉਹ ਸਾਰੇ ਪਵਿੱਤਰ ਸਥਾਨ ਜਿੱਥੇ ਗੁਰੂ ਜੀ ਆਪਣੇ ਜੀਵਨ ਕਾਲ ਵਿੱਚ ਦੁਨੀਆ ਨੂੰ ਤਾਰਨ ਲਈ ਗਏ ਸਨ, ਉਹਨਾਂ ਅਸਥਾਨਾਂ ਦੀ ਖੋਜ ਕਰਕੇ ਉੱਥੇ ਇਤਿਹਾਸਕ ਧਾਰਮਿਕ ਅਸਥਾਨਾਂ ਦੀ ਉਸਾਰੀ ਕਰਵਾਉਣ ਅਧੀਨ ਪਿਛਲੇ ਦਿਨੀ ਇੱਕ ਵਫਦ ਵੱਡੀ ਧਾਰਮਿਕ ਸ਼ੋਭਾ ਯਾਤਰਾ ਲੈ ਕੇ ਤਾਮਿਲਨਾਡੂ ਦੀ ਧਰਤੀ ਲੈਂਡ ਆਫ ਅਲੋਰਾ ਗਿਆ। ਜਿਸ ਦੀ ਅਗਵਾਈ ਸੰਤ ਸਤਵਿੰਦਰ ਹੀਰਾ ਨੇ ਕੀਤੀ, ਜਿੱਥੇ ਗੁਰੂ ਜੀ ਦਾ ਸਰੂਪ ਸਥਾਪਿਤ ਕੀਤਾ ਗਿਆ। ਅਤੇ ਇੱਕ ਵਿਸ਼ਾਲ ਮੰਦਿਰ ਬਣਾਉਣਾ ਆਰੰਭ ਕੀਤਾ ਗਿਆ ਹੈ। ਸੰਤ ਸਤਵਿੰਦਰ ਹੀਰਾ ਦਾ ਕਹਿਣਾ ਹੈ ਕਿ ਆਤਮ ਧਰਮ ਮਿਸ਼ਨ ਨਾਲ ਜੁੜੇ ਹੋਏ ਬੁੱਧੀਜੀਵੀ ਇਤਿਹਾਸਕਾਰ ਅਜਿਹੇ ਅਸਥਾਨਾਂ ਦੀ ਖੋਜ ਕਰ ਰਹੇ ਹਨ
ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਮੂਹ ਆਲ ਇੰਡੀਆ ਦੇ ਧਰਮ ਮਿਸ਼ਨ ਸ਼੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਸਥਾਨ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸਾਹਿਬ ਦੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਦੇ ਵਿੱਚ ਕਾਰ ਸੇਵਾ ਆਰੰਭ ਹੈ। ਤੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਗੁਰੂ ਪਾਤਸ਼ਾਹ ਨੇ ਆਪ ਜੀ ਨੂੰ ਸਮਰੱਥਾ ਬਖਸ਼ਿਸ਼ ਕੀਤੀ ਹੈ ਉਸ ਨੂੰ ਮੁੱਖ ਰੱਖ ਕੇ ਆਪਣੇ ਪਰਿਵਾਰ ਦੀ ਪਰਵਰਿਸ਼ ਕਰਦੇ ਹੋਏ, ਬੱਚਿਆਂ ਦੀ ਪੜ੍ਹਾਈ ਦਾ ਖਿਆਲ ਰੱਖਦੇ ਹੋਏ, ਜੇ ਆਪ ਜੀ ਦੇ ਪਾਸ ਸਤਿਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਹੈ ਤੇ ਉਸ ਦੇ ਵਿੱਚੋਂ ਕੁਝ ਨਾ ਕੁਝ ਦਸੌਂ ਕੱਢ ਕੇ ਗੁਰੂ ਪਾਤਸ਼ਾਹ ਦੇ ਕਾਰ ਸੇਵਾ ਦੇ ਵਿੱਚ ਯੋਗਦਾਨ ਪਾ ਕੇ ਸਤਿਗੁਰੂ ਰਵਿਦਾਸ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੋ, ਆਪਣੇ ਜਨਮ ਸਫਲ ਕਰੋ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਰਵਿਦਾਸ ਜੀ ਮਹਾਰਾਜ ਖੁਰਾਲਗੜ੍ਹ ਦੀ ਧਰਤੀ ਤੇ 4 ਸਾਲ 2 ਮਹੀਨੇ 11 ਦਿਨ ਆਪਣੇ ਚਰਨ ਪਾ ਕੇ ਗਏ ਹਨ ਅਤੇ ਸੰਗਤਾਂ ਦਾ ਆਧਾਰ ਕਰਕੇ ਗਏ ਹਨ, ਜਿੱਥੇ ਇੱਕ ਬਹੁਤ ਹੀ ਮਨਮੋਹਕ ਕੁਦਰਤੀ ਨਜ਼ਾਰਿਆਂ ਦੇ ਵਿੱਚ ਵਧੀਆ ਦ੍ਰਿਸ਼ ਪੇਸ਼ ਕਰ ਰਿਹਾ ਸਥਾਨ ਹੈ। ਦਿਨ ਰਾਤ ਸੰਗਤਾਂ ਬੜੀ ਹੁੰਮ ਹੁਮਾ ਕੇ ਗੁਰੂ ਮਹਾਰਾਜ ਦੇ ਸਥਾਨ 'ਤੇ ਨਤਮਸਤਕ ਹੋਣ ਆਉਂਦੀਆਂ ਹਨ ਅਤੇ ਉੱਥੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਜੋ ਪ੍ਰਬੰਧ ਹੈ ਉਹ ਬਹੁਤ ਹੀ ਵਧੀਆ ਚੱਲ ਰਿਹਾ ਹੈ ਅਤੇ ਲੰਗਰ 24 ਘੰਟੇ ਚੱਲ ਰਿਹਾ ਹੈ। ਰਿਹਾਇਸ਼ ਦਾ ਵਧੀਆ ਪ੍ਰਬੰਧ ਹੈ। ਸੋ ਹੀ ਸੰਗਤਾਂ ਨੂੰ ਬੇਨਤੀ ਕਰਨੇ ਆ ਕਿ ਗੁਰੂ ਮਹਾਰਾਜ ਦੇ ਇਤਿਹਾਸਿਕ ਸਥਾਨ ਜਿੱਥੇ ਗੁਰੂ ਮਹਾਰਾਜ ਦੇ ਚਰਨ ਪਏ ਹਨ ਤੇ ਉੱਥੇ ਭਾਈ ਹੁੰਮ ਹੁਮਾ ਕੇ ਪਹੁੰਚੋ ਔਰ ਗੁਰੂ ਮਹਾਰਾਜ ਦੀ ਆਸ਼ੀਰਵਾਦ ਪ੍ਰਾਪਤ ਕਰੋ। ਪਾਥੜੀ ਤੋਂ ਗੁਰੂ ਘਰ ਲਈ ਮੁਫਤ ਗੱਡੀ ਸੇਵਾ। ਸੰਗਤ ਦੀ ਸਹੂਲਤ ਲਈ ਸ਼੍ਰੀ ਚਰਨ ਛੋਹ ਗੰਗਾ ਲਈ ਮੁਫਤ ਗੱਡੀ ਦੀ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਤੋਂ ਸੰਗਤਾਂ ਫਾਇਦਾ ਲੈ ਸਕਦੀਆਂ ਹਨ ਅਤੇ ਗੁਰੂ ਘਰ ਦੇ ਦਰਸ਼ਨ ਕਰ ਸਕਦੀਆਂ ਹਨ। ਆਦ ਧਰਮ ਪੱਤਰਿਕਾ ਹਿੰਦੀ ਤੇ ਪੰਜਾਬੀ ਮਾਸਿਕ ਦੀ ਸਹਿਯੋਗੀ ਰਾਸ਼ੀ 1 ਸਾਲ ਦੀ 120 ਰੁਪਏ। ਸੰਪਾਦਕ ਨਾਜਰ ਰਾਮਾਨ 94 244 54। ਸਹਾਇਕ ਸੰਪਾਦਕ ਅਜੀਤ ਰਾਮ ਖੈਤਾਨ, ਰਾਮ ਸਿੰਘ ਬੱਦਨ। ਚੰਦਾ ਇਸ ਪਤੇ ਤੇ ਮਨੀ ਆਰਡਰ ਕਰੋ ਜੀ। ਸ਼੍ਰੀ ਕਰਮਚੰਦ, ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਖੁਰਾਲਗੜ੍ਹ ਸਾਹਿਬ, ਤਹਿਸੀਲ ਗੜਸ਼ੰਕਰ, ਡਿਸਟ੍ਰਿਕਟ ਹੁਸ਼ਿਆਰਪੁਰ। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ? ਤੁਸੀਂ ਆਪਣੀ ਰਾਏ ਇਹਨਾਂ ਨੰਬਰਾਂ ਤੇ ਦਿਓ। ਸਾਡੇ ਨੰਬਰ ਹਨ 9851 27 630, 88 727 52 727, 97 796 27 888।